ਸਤਿ ਸ਼੍ਰੀ ਅਕਾਲ ਜੀ ਬੇਟਾ ਸਾਰਿਆਂ ਨੂੰ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਬੇਟਾ ਲਿਮਿਟਲੈਸ ਲਰਨਿੰਗ ਕਲਾਸਿਸ ਦੇ ਉੱਪਰ। ਬੇਟੇ ਇਹ ਆਪਣੀ ਪੰਜਾਬ ਪੁਲਿਸ ਔਰ PSSB ਦੇ ਲਈ ਜਿਹੜਾ ਜਨਰਲ ਸਟੱਡੀ ਦਾ ਬੈਚ ਚੱਲਿਆ ਹੋਇਆ ਹੈ, ਇੰਡੀਅਨ ਪੋਲਿਟੀ ਦੀ ਤੀਸਰੀ ਕਲਾਸ ਹੈ ਬੇਟੇ। ਇਹਦੇ ਵਿੱਚ ਤੁਸੀਂ ਡਿਸਕਸ ਕਰੋਗੇ ਯੂਨੀਅਨ ਐਂਡ ਇਟਸ ਟੈਰੀਟਰੀ। ਮੇਨਲੀ ਬੱਚੇ ਇਹਦੇ ਵਿੱਚ ਆਪਾਂ ਪਾਰਟ 1 ਜਿਹੜਾ ਹੈ ਉਹ ਡਿਸਕਸ ਕਰਾਂਗੇ। ਪਾਰਟ 1 ਕੌਨਸਟੀਟਿਊਸ਼ਨ ਦਾ ਜਿਹੜਾ ਬੇਟਾ ਡੀਲ ਕਰਦਾ ਹੈ ਤੁਹਾਡਾ ਯੂਨੀਅਨ ਐਂਡ ਇਟਸ ਟੈਰੀਟਰੀ ਦੇ ਨਾਲ। ਸੋ ਇਹਦੇ ਵਿੱਚ ਬੇਟੇ ਆ ਜਾਂਦਾ ਹੈ ਕਿ ਇੰਡੀਆ ਦੀ ਯੂਨੀਅਨ ਜਿਹੜੀ ਹੈ ਉਹ ਉਸਦੀ ਨੇਚਰ ਵਗੈਰਾ ਇਹ ਉਹ, ਔਰ ਉਸ ਦੇ ਨਾਲ ਟੈਰੀਟਰੀ ਇੰਡੀਆ ਦੀ ਜਿਹੜੀ ਹੈ ਉਹ ਕੀ ਹੈ, ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਆਉਂਦੀਆਂ ਨੇ। ਟੋਟਲ ਆਰਟੀਕਲ ਇਹਦੇ ਵਿੱਚ ਆਉਂਦੇ ਨੇ ਬੇਟਾ 4 1 ਤੋਂ ਲੈ ਕੇ 4 ਤੱਕ ਸਾਰੀਆਂ ਚੀਜ਼ਾਂ ਇਹਦੇ ਵਿੱਚ ਆਉਂਦੀਆਂ ਨੇ। ਆਰਟੀਕਲ 1 ਕੀ ਡਿਸਕ੍ਰਾਈਬ ਕਰਦਾ ਹੈ ਬੇਟੇ? ਆਰਟੀਕਲ 1 ਡਿਸਕ੍ਰਾਈਬ ਇੰਡੀਆ, ਦੈਟ ਇਜ਼ ਭਾਰਤ। ਦਿਸ ਇਜ਼ ਦਾ ऑफिशियल नेम ऑफ इंडिया। ਇਹ ਇੰਡੀਆ ਦਾ ਬੇਟੇ ऑफिशियल नेम है। सम टाइम ਪੁੱਛਿਆ ਜਾ ਸਕਦਾ ਹੈ, ਤੁਹਾਨੂੰ ਯਾਦ ਰਹਿਣਾ ਚਾਹੀਦਾ ਹੈ। ਇੰਡੀਆ दैट इज़ भारत इज़ ऑफिशियल नेम ऑफ आवर कंट्री। इंडिया दैट इज़ भारत इज़ अ यूनियन ऑफ स्टेट। दिस इज़ द नेचर ऑफ स्टेट की नेचर केड़ी है, यूनियन ऑफ स्टेट है। दैट टेरिटरी ऑफ इंडिया कैन बी क्लासीफाइड इनटू 3 कैटेगरी। केड़ियां जी? टेरिटरी ऑफ स्टेट्स, यूनियन टेरिटरी एंड टेरिटरीज दैट मे be acquired by government of India at any time। ਇਸ ਤਰੀਕੇ ਨਾਲ ਹੁਣ ਤੱਕ ਬੇਟਾ ਸਿਰਫ ਇੱਕ ਹੀ ਜਿਹੜੀ ਹੈ ਉਹ ਸਟੇਟ ਆਪਾਂ ਐਕਵਾਇਰ ਕੀਤੀ ਹੈ, ਔਰ ਉਹ ਹੈ ਸਿੱਕਮ। ਐਟ ਪ੍ਰੈਜ਼ੈਂਟ 28 ਸਟੇਟਸ ਨੇ ਔਰ 9 ਯੂਨੀਅਨ ਟੈਰੀਟਰੀਜ਼ ਨੇ ਸਾਡੀਆਂ। ਇਹਨਾਂ ਨੂੰ ਜਿਹੜਾ ਤੁਸੀਂ ਯਾਦ ਰੱਖਣਾ ਹੈ ਇਸ ਡਾਟਾ ਨੂੰ। ਇਹ ਹੈ ਆਰਟੀਕਲ 1 ਦੀ ਡਿਟੇਲ। ਨੈਕਸਟ ਬੇਟਾ ਆ ਜਾਂਦਾ ਹੈ ਸਾਡੇ ਕੋਲ ਆਰਟੀਕਲ 2। ਆਰਟੀਕਲ 2 ਕੀ ਚੀਜ਼ ਕਰਦਾ ਹੈ ਜੀ? ਆਰਟੀਕਲ 2 ਇੰਪਾਵਰਸ ਦ ਪਾਰਲੀਮੈਂਟ ਟੂ admit into the Union of India or establish new state on such term and condition as it thinks fit। ਆਰਟੀਕਲ 2 ਨਾ ਪਾਵਰ ਦੇ ਰਿਹਾ ਹੈ ਬੇਟਾ ਕਿਸ ਨੂੰ? ਪਾਰਲੀਮੈਂਟ ਨੂੰ। ਕਿਸ ਕੰਮ ਦੀ ਪਾਵਰ ਦੇ ਰਿਹਾ ਹੈ? ਉਹ ਪਾਵਰ ਦੇ ਰਿਹਾ ਹੈ ਕਿ ਪਾਰਲੀਮੈਂਟ ਕਿਸੇ ਵੀ ਨਵੀਂ ਸਟੇਟ ਨੂੰ ਐਡਮਿਟ ਕਰ ਸਕਦੀ ਹੈ ਯੂਨੀਅਨ ਆਫ ਇੰਡੀਆ ਦੇ ਵਿੱਚ, ਔਰ ਇਸਟੈਬਲਿਸ਼ ਕਰ ਸਕਦੀ ਹੈ ਨਵੀਂ ਸਟੇਟ। ਪਹਿਲੀਆਂ ਸਟੇਟਾਂ ਦੇ ਵਿੱਚੋਂ ਇੱਕ ਨਵੀਂ ਸਟੇਟ ਬਣਾ ਸਕਦੀ ਹੈ ਜੀ। ਸੋ ਦਿਸ ਇਜ਼ ਆਰਟੀਕਲ 2। ਔਰ ਫਰਦਰ ਆਰਟੀਕਲ 2 ਜਿਹੜਾ ਆ ਜਾਂਦਾ ਹੈ ਉਹਦੇ ਵਿੱਚ ਅੱਗੇ ਨੈਕਸਟ ਆ ਜਾਂਦਾ ਹੈ ਤੁਹਾਡੇ ਕੋਲ ਬੇਟਾ ਆਰਟੀਕਲ 3। ਆਰਟੀਕਲ 3 ਕੀ ਕਰ ਰਿਹਾ ਹੈ? ਆਰਟੀਕਲ 3 ਅਥੋਰਾਈਜ਼ ਕਰ ਰਿਹਾ ਹੈ ਪਾਰਲੀਮੈਂਟ ਨੂੰ ਕਿਸ ਕੰਮ ਦੇ ਲਈ? ਟੂ ਫਾਰਮ ਅ ਨਿਊ ਸਟੇਟ ਬਾਏ, ਕਿਸ ਤਰੀਕੇ ਨਾਲ? ਬਾਏ ਸੈਪਰੇਸ਼ਨ ਫਰੋਮ ਐਨੀ ਸਟੇਟ, ਕਿਸੇ ਵੀ ਸਟੇਟ ਨਾਲੋਂ। ਦਿਸ ਇਜ਼ ਦਾ ਸਟੇਟ ਏ, ਠੀਕ ਹੈ ਜੀ। ਇਸ ਏ ਸਟੇਟ ਦੇ ਨਾਲੋਂ ਬੇਟਾ ਇਹ ਵਾਲਾ ਜਿਹੜਾ ਏਰੀਆ ਹੈ ਇਸ ਨੂੰ ਸੈਪਰੇਟ ਕਰ ਦਿੱਤਾ। ਇਹ ਰਹਿ ਗਈ ਸਟੇਟ ਏ ਔਰ ਇਹ ਬਣ ਗਈ ਜੀ ਤੁਹਾਡੀ ਸਟੇਟ ਬੀ, ਠੀਕ ਹੈ। ਜਿਵੇਂ ਆਪਾਂ ਹੁਣ ਰੀਸੈਂਟਲੀ ਦੇਖਿਆ ਸੀ ਤੇਲੰਗਾਨਾ ਨੂੰ ਬਣਾਇਆ ਗਿਆ ਹੈ, ਤਾਂ ਉਹ ਕੀ ਕੀਤਾ ਗਿਆ? ਸੈਪਰੇਟ ਕੀਤਾ ਗਿਆ ਕਿਸੇ ਪਹਿਲੀ ਸਟੇਟ ਦੇ ਨਾਲੋਂ। ਦੂਸਰਾ ਕੀ ਆ ਜਾਂਦਾ ਹੈ? ਔਰ ਬਾय ਯੂਨਾਈਟਿੰਗ 2 ਔਰ ਮੋਰ ਸਟੇਟ। ਦਿਸ ਇਜ਼ ਸਟੇਟ ਏ, ਦਿਸ ਇਜ਼ ਸਟੇਟ ਬੀ। ਇਹਨਾਂ ਦੋਨਾਂ ਨੂੰ ਬੇਟੇ ਕੀ ਕੀਤਾ? ਇਹਨਾਂ ਦੋਨਾਂ ਦੇ ਟੈਰੀਟਰੀ ਨੂੰ ਜੋੜ ਦਿੱਤਾ ਔਰ ਇੱਕ ਨਵੀਂ ਸਟੇਟ ਬਣਾ ਦਿੱਤੀ ਸੀ। ਸੋ ਇਸ ਤਰੀਕੇ ਨਾਲ ਵੀ ਇੱਕ ਨਵੀਂ ਸਟੇਟ ਜਿਹੜੀ ਉਹ ਪਾਰਲੀਮੈਂਟ ਬਣਾ ਸਕਦੀ ਹੈ। ਔਰ ਪਾਰਟ ਆਫ ਸਟੇਟ ਔਰ ਬਾय ਯੂਨਾਈਟਿੰਗ ਐਨੀ ਟੈਰੀਟਰੀ ਟੂ ਅ ਪਾਰਟ ਆਫ ਐਨੀ ਸਟੇਟ। ਮਤਲਬ ਕਿ ਪਾਰਲੀਮੈਂਟ ਕਿਸੇ ਵੀ ਸਟੇਟ ਦਾ ਕੋਈ ਵੀ ਹਿੱਸਾ ਲੈ ਕੇ ਕਿਸੇ ਵੀ ਦੂਜੀ ਸਟੇਟ ਨਾਲ ਜੋੜ ਕੇ ਇੱਕ ਨਵੀਂ ਸਟੇਟ ਬਣਾ ਸਕਦੀ ਹੈ। ਸੋ ਇੱਥੋਂ ਸਾਨੂੰ ਪਤਾ ਚੱਲਦਾ ਹੈ ਕਿ ਜਿਹੜੀ ਸਾਡੀ ਸੈਂਟਰਲ ਗਵਰਨਮੈਂਟ ਹੈ ਉਹਦੇ ਕੋਲ ਬਹੁਤ ਸਾਰੀਆਂ ਪਾਵਰ ਨੇ। ਔਰ ਅਗਰ ਇਹ ਫਰਦਰ ਆਪਾਂ ਇਹ ਚਾਰੇ ਪੁਆਇੰਟ ਡਿਸਕਸ ਕਰਾਂਗੇ ਤਾਂ ਇਹ ਚੀਜ਼ ਤੁਹਾਨੂੰ ਹੋਰ ਵੀ ਕਲੀਅਰ ਹੋ ਜਾਏਗੀ। ਦੇਖੋ, ਪਾਰਲੀਮੈਂਟ ਕੈਨ ਇਨਕਰੀਜ਼ ਦ ਏਰੀਆ ਆਫ ਐਨੀ ਸਟੇਟ, alter the boundaries of any state, dimension the area of any state and alter the name of any state। मतलब ਇਹ ਕਿ ਪਾਰਲੀਮੈਂਟ ਜਿਹੜੀ ਹੈ ਨਾ ਬੱਚੇ, ਉਹ ਇਹ ਦੇਖੋ ਇਹ ਚਾਰੇ ਕੰਮ ਕਰ ਸਕਦੀ ਹੈ। ਕਿਸੇ ਵੀ ਸਟੇਟ ਦਾ ਏਰੀਆ ਵਧਾ ਸਕਦੀ ਹੈ, ਘਟਾ ਸਕਦੀ ਹੈ, ਬਾਉਂਡਰੀਜ਼ ਜਿਹੜੀਆਂ ਨੇ ਵੱਡੀਆਂ ਛੋਟੀਆਂ ਕਰ ਸਕਦੀ ਹੈ, ਨੇਮ ਤੱਕ ਚੇਂਜ ਕਰ ਸਕਦੀ ਹੈ। ਔਰ ਤੁਸੀਂ ਹੈਰਾਨ ਹੋਵੋਗੇ ਜਦੋਂ ਨੈਕਸਟ ਆਪਾਂ ਜਿਹੜਾ ਜੋ ਪੜਾਂਗੇ, ਜੋ ਅੱਗੇ ਪ੍ਰੋਵਾਈਡਡ ਹੈ ਸਾਨੂੰ, ਉਹ ਕੀ ਹੈ ਕਿ ਆਲ ਬਿੱਲ seeking to create a new state or alter boundaries of existing state can be introduced in either house of the parliament। ਇੱਥੋਂ ਇੱਕ ਚੀਜ਼ ਯਾਦ ਰੱਖਣੀ ਹੈ ਬੱਚੇ, ਜਨਰਲੀ ਇੱਕ ਕੁਐਸਚਨ ਆਉਂਦਾ ਹੈ ਇੱਥੋਂ ਔਰ ਉਹਦੇ ਵਿੱਚ ਗਲਤੀ ਕਰਦੇ ਨੇ, ਕਿਉਂਕਿ ਆਪਾਂ ਇਹ ਪੜਿਆ ਹੈ ਕਿ ਜਿਹੜੀ ਰਾਜ ਸਭਾ ਹੈ ਜੀ ਉਹ ਸਟੇਟਸ ਨੂੰ ਰਿਪਰੈਜ਼ੈਂਟ ਕਰਦੀ ਹੈ ਯੂਨੀਅਨ ਪਾਰਲੀਮੈਂਟ ਦੇ ਵਿੱਚ। ਔਰ ਅਸੀਂ ਕੀ ਕਰਦੇ ਹਾਂ? ਅਸੀਂ ਜਦੋਂ ਇਹ ਕੁਐਸਚਨ ਆਉਂਦਾ ਹੈ ਕਿ ਕਿਸੇ ਵੀ ਸਟੇਟ ਦਾ ਨੇਮ ਚੇਂਜ ਕਰਨਾ ਹੈ ਤਾਂ ਉਹ ਬਿੱਲ ਕਿੱਥੇ ਇੰਟਰੋਡਿਊਸ ਕੀਤਾ ਜਾਏਗਾ, ਤਾਂ ਬੱਚੇ ਉਸ ਭੁਲੇਖੇ ਨਾਲ ਜਰਨਲੀ ਰਾਜ ਸਭਾ ਦਾ ਆਨਸਰ ਲਗਾਉਂਦੇ ਨੇ, ਜੋ ਕਿ ਗਲਤ ਹੈ। ਇਹ ਬਿੱਲ ਕਿਸੇ ਵੀ ਹਾਊਸ ਤੋਂ ਇਨੀਸ਼ੀਏਟ ਹੋ ਸਕਦਾ ਹੈ, ਠੀਕ ਹੈ ਜੀ। ਸਟੇਟ ਨੂੰ ਨਵੀਂ ਸਟੇਟ ਕ੍ਰੀਏਟ ਕਰਨੀ ਹੋਵੇ, ਬਾਉਂਡਰੀਜ਼ ਅਲਟਰ ਕਰਨੀਆਂ ਹੋਣਗੀਆਂ, ਸਟੇਟ ਦਾ ਨੇਮ ਚੇਂਜ ਕਰਨਾ ਹੋਵੇ, ਇਹ ਜਿਹੜਾ ਬਿੱਲ ਹੈ ਉਹ ਕਿਸੇ ਹਾਊਸ ਤੋਂ ਸ਼ੁਰੂ ਕੀਤਾ ਜਾ ਸਕਦਾ ਹੈ। ਲੇਕਿਨ ਕੰਡੀਸ਼ਨ ਕੀ ਹੈ ਕਿ ਓਨਲੀ ਔਨ ਦਾ ਰეკਮੈਂਡੇਸ਼ਨ ਆਫ ਪ੍ਰੈਜ਼ੀਡੈਂਟ। ਜਦੋਂ ਪ੍ਰੈਜ਼ੀਡੈਂਟ ਸਾਹਿਬ ਉਹਨੂੰ ਰეკਮੈਂਡ ਕਰਨਗੇ ਬੱਚੇ
ਦੈਨ ਆਪਾਂ ਜਿਹੜਾ ਹੈ ਉਸ ਨੂੰ ਜਿਹੜਾ ਹੈ ਬਿੱਲ ਨੂੰ ਕੰਸੀਡਰ ਕਰਦੇ ਹਾਂ, ਹਾਊਸ ਵਿੱਚ ਪੇਸ਼ ਕੀਤਾ ਜਾਂਦਾ ਹੈ। ਹੁਣ ਨੈਕਸਟ ਕੀ ਹੈ, ਜਿਹੜਾ ਇਹ ਸਟੇਟ ਰਿਕੋਗਨਾਈਜੇਸ਼ਨ ਬਿੱਲ ਹੈ ਨਾ, ਇਹ ਸਟੇਟ ਲੈਜਿਸਲੇਚਰ ਕੰਸਰਨ ਜਿਹੜੀ ਸਟੇਟ ਹੈ ਉਹਨੂੰ ਦਿੱਤਾ ਜਾ ਸਕਦਾ ਹੈ। ਜਿਹੜੀ ਸਟੇਟ ਦੇ ਨਾਲ ਉਹ ਉਸ ਦੇ ਬਾਰਡਰ ਨੂੰ ਅਲਟਰ ਕਰਨੇ ਨੇ ਜਾਂ ਨੇਮ ਚੇਂਜ ਕਰਨਾ ਹੈ, ਉਸ ਸਟੇਟ ਦੇ ਲੈਜਿਸਲੇਚਰ ਨੂੰ ਭੇਜਿਆ ਜਾਂਦਾ ਹੈ ਬਿੱਲ ਕਿ ਤੁਸੀਂ ਆਪਣੀ ਇਹਦੇ ਉੱਤੇ ਰਾਏ ਦਿਓ। ਲੇਕਿਨ ਇੱਥੇ ਇਹ ਚੀਜ਼ ਖਾਸ ਧਿਆਨ ਦੇਣ ਯੋਗ ਹੈ ਕਿ ਉਹਨਾਂ ਦੀ ਰਾਏ ਨੂੰ ਮੰਨਣ ਦੇ ਲਈ ਪਾਰਲੀਮੈਂਟ ਜਿਹੜੀ ਹੈ ਉਹ ਬਾਉਂਡ ਨਹੀਂ ਹੈ। ਪਾਰਲੀਮੈਂਟ ਬਾਉਂਡ ਨਹੀਂ ਹੈ ਕਿ ਉਸ ਕੰਸਰਨ ਸਟੇਟ ਨੇ ਜੋ ਵੀ ਆਪਣਾ ਸਟੇਟ ਰੀਆਰਗੇਨਾਈਜੇਸ਼ਨ ਬਿੱਲ ਦੇ ਉੱਪਰ ਆਪਣੇ ਵਿਊ ਰੱਖੇ ਨੇ ਉਹਨਾਂ ਨੂੰ ਮੰਨੇ ਜਾਂ ਨਾ ਮੰਨੇ। ਉਸ ਤੋਂ ਬਾਅਦ ਵਿੱਚ ਗੱਲ ਆਉਂਦੀ ਹੈ ਕਿ ਸਟੇਟ ਰੀਆਰਗੇਨਾਈਜੇਸ਼ਨ ਐਕਟ ਜਿਹੜਾ ਬਿੱਲ ਹੈ ਇਹਨੂੰ ਪਾਸ ਹੋਣ ਦੇ ਲਈ ਬੇਟਾ ਕਿਹੜੀ ਮੈਜੋਰਿਟੀ ਚਾਹੀਦੀ ਹੈ? ਸਿੰਪਲ ਮੈਜੋਰਿਟੀ ਇਨ ਬੋਥ ਆਫ ਦਾ ਹਾਊਸ ਆਫ ਪਾਰਲੀਮੈਂਟ। ਸਿੰਪਲ ਮੈਜੋਰਿਟੀ ਦੇ ਨਾਲ ਇਹ ਪਾਸ ਹੋ ਜਾਂਦੇ ਨੇ। ਮੈਜੋਰਿਟੀਜ਼ ਬੇਟਾ ਇੱਕ ਹੁੰਦੀ ਹੈ ਸਿੰਪਲ ਮੈਜੋਰਿਟੀ, ਇੱਕ ਹੁੰਦੀ ਹੈ ਜਿਹੜੀ ਆ ਤੁਹਾਡੀ ਮੈਜੋਰਿਟੀ ਜਿਹੜੀ ਕਿ ਜਿਹਦੇ ਵਿੱਚ ਕਾਫੀ ਜ਼ਿਆਦਾ ਇੱਕ ਚਾਹੀਦੀ ਹੈ ਪ੍ਰੈਜ਼ੈਂਟਿੰਗ ਐਂਡ ਵੋਟਿੰਗ ਵਾਲਿਆਂ ਦੀ ਜਿਹੜੀ ਉਹ ਮੈਜੋਰਿਟੀ ਚਾਹੀਦੀ ਹੁੰਦੀ ਹੈ। ਠੀਕ ਹੈ, ਇੱਕ ਸਭ ਤੋਂ ਜ਼ਿਆਦਾ ਲਾਸਟ ਤੇ ਜਿਹੜੀ ਤੀਸਰੀ ਤਰ੍ਹਾਂ ਦੀ ਮੈਜੋਰਿਟੀ ਆਉਂਦੀ ਹੈ ਪ੍ਰੈਜ਼ੈਂਟ ਐਂਡ ਵੋਟਿੰਗ ਦੀ ਵੀ ਮੈਜੋਰਿਟੀ ਚਾਹੀਦੀ ਹੈ। ਨਾਲ ਦੀ ਨਾਲ ਹਾਊਸ ਦੀ ਟੋਟਲ ਸਟਰੈਂਥ ਦਾ 2/3 ਵੀ ਹੋਣਾ ਚਾਹੀਦਾ ਹੈ ਐਂਡ ਉਸ ਤੋਂ ਬਾਅਦ ਦੇ ਵਿੱਚ ਅੱਧੇ ਤੋਂ ਜ਼ਿਆਦਾ ਰਾਜਾਂ ਦੀ ਸਹਿਮਤੀ ਵੀ ਹੋਣੀ ਚਾਹੀਦੀ ਹੈ। ਉਹ ਜਿਹੜੇ ਵੀ ਕੋਈ ਫੈਡਰਲ ਸਟਰਕਚਰ ਨਾਲ ਸੰਬੰਧਿਤ ਜਿਹੜੀਆਂ ਗੱਲਾਂ ਬਾਤਾਂ ਆਉਂਦੀਆਂ ਨੇ ਤਾਂ ਉੱਥੇ ਉਹ ਚੀਜ਼ ਲਾਗੂ ਹੁੰਦੀ ਹੈ। ਨੈਕਸਟ ਬੇਟਾ ਆਉਂਦਾ ਹੈ ਆਰਟੀਕਲ 4 ਪਾਰਟ 1 ਦਾ ਆਖਰੀ ਆਰਟੀਕਲ। ਇਹ ਕੀ ਕਰਦਾ ਹੈ ਕਿ ਜਿਹੜਾ ਵੀ ਕੋਈ ਆਰਟੀਕਲ 2 ਔਰ 3 ਦੇ ਤਹਿਤ ਕੋਈ ਵੀ ਪ੍ਰੋਵੀਜ਼ਨ ਜਿਹੜਾ ਆਇਆ ਹੈ ਉਹ ਜਿਹੜੇ ਨੇ ਕਨਸਟੀਟਿਊਸ਼ਨਲ ਅਮੈਂਡਮੈਂਟ ਬਿੱਲ ਦੇ ਅੰਦਰ ਜਿਹੜੇ ਨੇ ਉਹ ਨਹੀਂ ਮੰਨੇ ਜਾਣਗੇ। ਤਾਂ ਦੇਖੋ ਇੱਥੇ ਇੱਕ ਹੋਰ ਜਾਣਕਾਰੀ ਹੋ ਗਈ ਹੈ। ਇਸ ਤਰੀਕੇ ਨਾਲ ਨਾ ਬੇਟਾ ਇੱਕ ਤੁਸੀਂ ਆਪਣੀ ਵੱਖਰਾ ਇੱਕ ਨੋਟ ਜ਼ਰੂਰ ਤਿਆਰ ਕਰਦੇ ਜਾਇਓ ਜਿਹਦੇ ਵਿੱਚ ਇੰਪੋਰਟੈਂਟ ਆਰਟੀਕਲਸ ਹੋਣਗੇ। ਦੇਖੋ ਇੱਥੇ ਆਰਟੀਕਲ 368 ਆ ਗਿਆ ਔਰ ਇੱਕ ਕਿਸ ਨਾਲ ਡੀਲ ਕਰਦਾ ਹੈ? ਆਰਟੀਕਲ 368 ਡੀਲ ਵਿਦ ਬੇਟਾ ਕਨਸਟੀਟਿਊਸ਼ਨਲ ਅਮੈਂਡਮੈਂਟ ਪ੍ਰੋਵੀਜ਼ਨ। ਸੋ ਯੂ ਹੈਵ ਟੂ ਰਿਮੈਂਬਰ ਦਿਸ ਥਿੰਗ। ਤੁਹਾਨੂੰ ਇਹ ਚੀਜ਼ ਯਾਦ ਰਹਿਣੀ ਚਾਹੀਦੀ ਹੈ। ਦੇਖੋ ਜਦੋਂ ਵੀ ਹੁਣ ਅੱਗੇ ਤੁਹਾਨੂੰ ਇਹ ਚੀਜ਼ ਆਉਂਦੀ ਹੈ ਨਾ ਕਨਸਟੀਟਿਊਸ਼ਨਲ ਅਮੈਂਡਮੈਂਟ ਬਿੱਲ ਔਰ ਆਰਟੀਕਲ 368 ਦਾ ਯਾਦ ਰੱਖੋਗੇ ਕਿ ਇਹ ਕਾਹਦੇ ਨਾਲ ਹੁੰਦਾ ਹੈ। ਕੁਝ ਇੱਕ ਆਰਟੀਕਲ ਨੇ ਆਪਣੇ ਕਨਸਟੀਟਿਊਸ਼ਨ ਦੇ ਬੇਟੇ ਜਿਨ੍ਹਾਂ ਤੋਂ ਸਿੱਧੇ ਕੁਐਸਚਨ ਤੁਹਾਨੂੰ ਆਉਂਦੇ ਨੇ। ਤਾਂ ਆਰਟੀਕਲ 4 ਨੇ ਕੀ ਪ੍ਰੋਵਾਈਡ ਕੀਤਾ ਹੈ? ਆਰਟੀਕਲ 4 ਪ੍ਰੋਵਾਈਡਸ ਦੈਟ ਕਿ ਜਿਹੜਾ ਬਈ ਕੋਈ ਵੀ ਅਮੈਂਡਮੈਂਟ 2 ਜਾਂ ਆਰਟੀਕਲ 3 ਦੇ ਤਹਿਤ ਕੀਤੀ ਜਾ ਰਹੀ ਹੈ ਉਹਨੂੰ ਕਨਸਟੀਟਿਊਸ਼ਨਲ ਅਮੈਂਡਮੈਂਟ ਨਹੀਂ ਮੰਨਿਆ ਜਾਂਦਾ। ਆਰਟੀਕਲ 360 ਦੇ ਹੇਠ ਉਹਨੂੰ ਕਨਸਟੀਟਿਊਸ਼ਨਲ ਅਮੈਂਡਮੈਂਟ ਨਹੀਂ ਮੰਨਿਆ ਜਾਂਦਾ। ਠੀਕ ਹੈ ਜੀ। ਨੈਕਸਟ ਬੇਟਾ ਆ ਜਾਂਦਾ ਹੈ ਰੀਆਰਗੇਨਾਈਜੇਸ਼ਨ ਆਫ ਸਟੇਟਸ ਆਫਟਰ ਇੰਡੀਪੈਂਡੈਂਸ ਡਿਮਾਂਡ ਆਫ ਲਿੰਗੁਇਸਟਿਕ ਬੇਸਿਸ ਸਟੇਟ ਇਜ਼ ਇਨਕਰੀਜ਼। ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਨਾ ਬੇਟਾ ਜੀ ਤਾਂ ਸਾਨੂੰ ਜਿਹੜੀ ਸੀਗੀ ਇਹਦੇ ਉੱਪਰ ਲਿੰਗੁਇਸਟਿਕ ਬੇਸਿਸ ਸਟੇਟਸ ਜਿਹੜੀਆਂ ਸੀ ਉਹਨਾਂ ਦੀ ਡਿਮਾਂਡ ਬਹੁਤ ਵੱਧ ਗਈ। ਹੁਣ ਗਵਰਨਮੈਂਟ ਨੇ ਇਸ ਡਿਮਾਂਡ ਨੂੰ ਜਿਹੜਾ ਸੀਗਾ ਉਹ ਚੈੱਕ ਕਰਨ ਦੇ ਲਈ ਕਿ ਸਹੀ ਹੈ ਗਲਤ ਹੈ ਜਾਂ ਸਟੇਟ ਜਿਹੜੀ ਹੈ ਸਾਡੇ ਰੀਆਰਗਨਾਈਜ਼ ਹੋਣੇ ਚਾਹੀਦੇ ਨੇ ਕਿਉਂਕਿ ਬ੍ਰਿਟਿਸ਼ਰਸ ਚਲੇ ਗਏ ਨੇ, ਹੁਣ ਅਸੀਂ ਰਾਜ ਕਰਨਾ ਹੈ ਤਾਂ ਸਾਨੂੰ ਜਿਹੜਾ ਹੈ ਉਹ ਸਟੇਟਸ ਨੂੰ ਰੀਆਰਗਨਾਈਜ਼ ਕਰਨਾ ਪਏਗਾ। ਡਿਮਾਂਡਸ ਵੀ ਬਹੁਤ ਆ ਰਹੀਆਂ ਨੇ। ਸਟੇਟ ਨੇ ਇੱਕ ਕਮਿਸ਼ਨ ਅਪਾਇੰਟ ਕੀਤਾ ਅੰਡਰ SK ਧਰ, ਇਸ ਨੂੰ ਧਰ ਕਮਿਸ਼ਨ ਵੀ ਬੋਲਦੇ ਨੇ ਬੇਟਾ। ਇਸ ਕਮਿਸ਼ਨ ਨੇ ਆਪਣੀ ਪੂਰੀ ਜਿਹੜੀ ਸੀਗੀ ਉਹ ਜਾਂਚ ਪੜਤਾਲ ਕੀਤੀ ਜੀ, ਦੈਨ ਆਪਣੀ ਇੱਕ ਰਿਪੋਰਟ ਤਿਆਰ ਕੀਤੀ ਔਰ ਰਿਪੋਰਟ ਤਿਆਰ ਕਰਨ ਤੋਂ ਬਾਅਦ ਇਹਨੇ ਜਿਹੜੀ ਇਸ ਗਵਰਨਮੈਂਟ ਨੂੰ ਸਬਮਿਟ ਕਰ ਦਿੱਤੀ ਔਰ ਉਸ ਰਿਪੋਰਟ ਵਿੱਚ ਜਿਹੜਾ ਸੀਗਾ ਇਹਨਾਂ ਨੇ ਲਿੰਗੁਇਸਟਿਕ ਬੇਸਿਸ ਨੂੰ ਜਿਹੜਾ ਸੀਗਾ ਉਹ ਸਹੀ ਨਹੀਂ ਮੰਨਿਆ। ਇਹਨਾਂ ਨੇ ਮੰਨਿਆ ਕਿ ਸਟੇਟ ਤਾਂ ਰੀਆਰਗਨਾਈਜ਼ ਹੋਣੀਆਂ ਚਾਹੀਦੀਆਂ ਨੇ ਬਟ ਉਹਨਾਂ ਦਾ ਆਧਾਰ ਜਿਹੜਾ ਹੈ ਉਹ ਲੈਂਗੁਏਜ ਨਹੀਂ ਹੋਣੀ ਚਾਹੀਦੀ। ਇਹਦੇ ਨਾਲ ਕਹਿੰਦੇ ਨੈਸ਼ਨਲ ਇੰਟੀਗ੍ਰਿਟੀ ਜਿਹੜੀ ਹੈ ਉਹਨੂੰ ਖਤਰਾ ਪੈਦਾ ਹੋਏਗਾ, ਰਾਸ਼ਟਰੀ ਏਕਤਾ ਜਿਹੜੀ ਉਹ ਘਟੇਗੀ। ਤੁਹਾਡਾ ਜਿਹੜਾ ਹੈ ਸਟੇਟਸ ਨੂੰ ਰੀਆਰਗਨਾਈਜ਼ ਕਰਨ ਦਾ ਜਿਹੜਾ ਐਕਟ ਹੋਣਾ ਚਾਹੀਦਾ ਹੈ ਪ੍ਰੋਵੀਜ਼ਨ ਉਹ ਕੀ ਹੈ? ਨੈਸ਼ਨਲ ਇੰਟੀਗ੍ਰਿਟੀ ਔਰ ਨੈਸ਼ਨਲ ਜਿਹੜੀ ਡਿਵੈਲਪਮੈਂਟ, ਇਹਨਾਂ ਚੀਜ਼ਾਂ ਨੂੰ ਮੰਨ ਕੇ ਹੋਣਾ ਚਾਹੀਦਾ ਹੈ। ਹੁਣ ਦੇਖੋ ਇਸ ਰਿਪੋਰਟ ਦੇ ਉੱਪਰ ਗੱਲਬਾਤ ਕਰਨ ਲਈ ਇੱਕ ਕਮੇਟੀ ਬਣਾਈ ਗਈ ਜਿਹਨੂੰ ਬੋਲਦੇ ਆ JVP ਕਮੇਟੀ। JVP ਕਮੇਟੀ ਦੇ ਵਿੱਚ ਦੇਖੋ J ਫॉर ਜਵਾਹਰ ਲਾਲ ਨਹਿਰੂ, V ਫॉर ਵੱਲਭ ਭਾਈ ਪਟੇਲ ਐਂਡ P ਫॉर ਤੁਹਾਡੇ ਆ ਜਾਂਦੇ ਨੇ ਪਟਾਭੀ ਸੀਤਾਰਮਈਆ। ਇਹ ਤਿੰਨੋਂ ਲੀਡਰ ਸੀ ਉਸ ਸਮੇਂ ਦੇ ਹਾਈ ਅਫੀਸ਼ੀਅਲ ਕਾਂਗਰਸ ਦੇ। ਤਾਂ ਇਹਨਾਂ ਦੀ ਜਿਹੜੀ ਕਮੇਟੀ ਸੀ ਬੇਟੇ ਇਹਨਾਂ ਨੇ ਡਿਸਕਸ ਕੀਤੀ ਦਰ ਕਮਿਸ਼ਨ ਦੀ ਰਿਪੋਰਟ ਨੂੰ ਔਰ ਇਹਨਾਂ ਵੀ ਕੀ ਕਹਿ ਦਿੱਤਾ? They did not favor linguistic based state। ਠੀਕ ਹੈ, ਤਾਂ ਇਹਨਾਂ ਨੇ ਵੀ ਕਿਹਾ ਕਿ ਸਟੇਟਾਂ ਦੇ ਰੀਆਰਗਨਾਈਜ਼ ਕਰਨ ਦੇ ਲਈ ਜਿਹੜਾ ਹੈ ਲਿੰਗੁਇਸਟਿਕ ਬੇਸਿਸ ਜਿਹੜੇ ਨੇ ਉਹ ਆਧਾਰ ਨਹੀਂ ਹੋਣੇ ਚਾਹੀਦੇ। ਹੁਣ ਇਹਨਾਂ ਨੇ ਤਾਂ ਇਸ ਤਰ੍ਹਾਂ ਕਹਿ ਦਿੱਤਾ ਲੇਕਿਨ ਇਸ ਚੀਜ਼ ਦੀ ਵਜ੍ਹਾ ਦੇ ਨਾਲ ਬੇਟੇ ਆਂਧਰਾ ਪ੍ਰਦੇਸ਼ ਦੇ ਵਿੱਚ ਜਿਹੜਾ ਸੀ ਨਾ ਹਾਲਾਤ ਹੋ ਗਏ ਕਾਫੀ ਜ਼ਿਆਦਾ ਖਰਾਬ। ਆਂਧਰਾ ਦੇ ਵਿੱਚ ਲੈਂਗੁਏਜ ਬੇਸ ਤੇ ਸਟੇਟ ਬਣਾਉਣ ਦੇ ਲਈ ਉੱਥੋਂ ਦੇ ਕੁਝ ਲੀਡਰ ਜਿਹੜੇ ਸੀ ਉਹ ਹੰਗਰ ਸਟ੍ਰਾਈਕ ਤੇ ਬੈਠੇ ਹੋਏ ਸੀ ਔਰ ਗਵਰਨਮੈਂਟ ਨੇ ਉਹਨਾਂ ਨੂੰ ਥੋੜਾ ਸੀਰੀਅਸਲੀ ਨਹੀਂ ਲਿਆ। ਉਹਨਾਂ ਕਿਹਾ ਕਿ ਕੋਈ ਗੱਲ ਨਹੀਂ 2-4 ਦਿਨ ਬੈਠਣਗੇ ਆਪੇ ਹੀ ਉੱਠ ਜਾਣਗੇ, ਕੋਈ ਗੱਲ ਨਹੀਂ। ਲੇਕਿਨ ਉਹ ਹੰਗਰ ਸਟ੍ਰਾਈਕ ਜਿਹੜੀ ਚੱਲ ਗਈ ਸੀ ਜ਼ਿਆਦਾ ਲੰਮੀ ਔਰ ਉਹ ਲੀਡਰ ਜਿਹੜੇ ਸੀ ਉਹਨਾਂ ਦੀ ਹੋ ਗਈ ਡੈਥ।
ਉਹਦੀ ਵਜ੍ਹਾ ਦੇ ਨਾਲ ਆਂਧਰਾ ਪ੍ਰਦੇਸ਼ ਦੇ ਵਿੱਚ ਜਿਹੜੇ ਸੀ ਉਹ ਦੰਗੇ ਵਗੈਰਾ ਭੜਕ ਉੱਠੇ ਜੀ, ਔਰ ਉਹਨਾਂ ਨੂੰ ਸ਼ਾਂਤ ਕਰਨ ਦੇ ਲਈ ਜਵਾਹਰ ਲਾਲ ਨਹਿਰੂ ਨੂੰ 1953 ਦੇ ਵਿੱਚ ਇਮੀਡੀਏਟ ਬੇਸਿਸ ਦੇ ਉੱਪਰ ਇਹ ਐਲਾਨ ਕਰਨਾ ਪਿਆ ਕਿ ਅਸੀਂ ਤੇਲਗੂ ਸਪੀਕਿੰਗ ਏਰੀਆਜ਼ ਨੂੰ ਸੈਪਰੇਟ ਕਰਕੇ ਮਦਰਾਸ ਤੋਂ ਇੱਕ ਨਵੀਂ ਸਟੇਟ ਬਣਾਉਣ ਜਾ ਰਹੇ ਹਾਂ, ਆਂਧਰਾ ਪ੍ਰਦੇਸ਼। ਇਹਦੀ ਵਜ੍ਹਾ ਦੇ ਨਾਲ ਹੀ ਦੇਖੋ ਜਦੋਂ ਆਂਧਰਾ ਪ੍ਰਦੇਸ਼ ਬੇਟੇ ਬਣ ਗਿਆ, ਉਸ ਤੋਂ ਬਾਅਦ ਦੇ ਵਿੱਚ ਕੀ ਸੀਗਾ, ਫਿਰ ਕਾਫੀ ਸਾਰੀਆਂ ਹੋਰ ਸਟੇਟਸ ਦੀ ਡਿਮਾਂਡ ਵੀ ਆਉਣ ਲੱਗ ਪਈ, ਔਰ ਉਹਨਾਂ ਨੂੰ ਦੇਖਣ ਦੇ ਲਈ ਫਿਰ ਇੱਕ ਜਿਹੜਾ ਇੱਕ ਕਮਿਸ਼ਨ ਸੈਟਅਪ ਕੀਤਾ ਗਿਆ, ਦੈਟ ਇਜ਼ ਨੋਨ ਐਜ਼ ਸਟੇਟ ਰੀਆਰਗੇਨਾਈਜੇਸ਼ਨ ਕਮਿਸ਼ਨ। ਕਮਿਸ਼ਨ ਦੇ ਹੈੱਡ ਕੌਣ ਸੀ, ਇਸ ਚੀਜ਼ ਨੂੰ ਤੁਸੀਂ ਚੈੱਕ ਕਰਕੇ ਰੱਖਣਾ ਹੈ। ਜਸਟਿਸ ਫਜ਼ਲ ਅਲੀ ਇਹ ਕਮਿਸ਼ਨ ਦੇ ਹੈੱਡ ਸੀ ਬੇਟਾ। ਉਸ ਤੋਂ ਇਲਾਵਾ 2 ਅਦਰ ਮੈਂਬਰ ਸੀਗੇ, HN ਕੁੰਜਰੂ ਐਂਡ KM ਪਨਿੱਕਰ। ਇਹਨਾਂ ਦੇ ਨੇਮ ਥੋੜੇ ਜਿਹੇ ਯਾਦ ਰੱਖਣੇ ਨੇ, ਤੁਹਾਨੂੰ ਪੁੱਛੇ ਜਾ ਸਕਦੇ ਨੇ ਕਿਸੇ ਟਾਈਮ ਤੇ। ਹੁਣ ਇਸ ਕਮਿਸ਼ਨ ਨੇ ਜਿਹੜਾ ਹੈ ਡਿਟੇਲ ਦੇ ਵਿੱਚ ਜਾਂਚ ਪੜਤਾਲ ਕੀਤੀ, ਔਰ ਇਹਨਾਂ ਨੇ ਪਾਇਆ ਕਿ ਸਾਨੂੰ ਜਿਹੜਾ ਹੈ ਰਾਜ ਨਵੇਂ ਸਟੇਟਾਂ ਜਿਹੜੀਆਂ ਨੇ ਉਹ ਜਿਹੜੀਆਂ ਲੈਂਗੁਏਜ ਬੇਸ ਤੇ ਬਣਾ ਦੇਣੀਆਂ ਚਾਹੀਦੀਆਂ ਨੇ। ਇਹਦੇ ਨਾਲ ਨੈਸ਼ਨਲ ਇੰਟੀਗ੍ਰਿਟੀ ਨੂੰ ਕੋਈ ਖਤਰਾ ਨਹੀਂ ਹੈ, ਬਲਕਿ ਉਹ ਹੋਰ ਜ਼ਿਆਦਾ ਪ੍ਰਮੋਟ ਹੋਏਗੀ। ਸੋ ਇਹਨਾਂ ਦਾ ਸੁਜੈਸ਼ਨ ਜਿਹੜਾ ਹੈ ਉਹ ਐਕਸੈਪਟ ਕੀਤਾ ਗਿਆ ਪਾਰਲੀਮੈਂਟ ਦੇ ਵੱਲੋਂ, ਔਰ ਪਾਰਲੀਮੈਂਟ ਨੇ 1956 ਦੇ ਵਿੱਚ ਸਟੇਟ ਰੀਆਰਗੇਨਾਈਜੇਸ਼ਨ ਐਕਟ ਜਿਹੜਾ ਉਹ ਪਾਸ ਕਰ ਦਿੱਤਾ। ਇੱਥੋਂ ਤੁਹਾਨੂੰ ਸਵਾਲ ਆਏਗਾ ਬੇਟੇ, ਸਟੇਟ ਰੀਆਰਗੇਨਾਈਜੇਸ਼ਨ ਐਕਟ ਜਿਹੜਾ ਉਹ ਕਦੋਂ ਪਾਸ ਹੋਇਆ, 1956। ਇੱਥੇ ਤੁਸੀਂ ਪੰਜਾਬ ਦੇ ਪੇਪਰਾਂ ਦੇ ਲਈ ਆਪਣੇ ਵੱਲੋਂ ਇੱਕ ਉਹ ਜਿਹੜਾ ਪੁਆਇੰਟ ਯਾਦ ਰੱਖਣਾ ਹੈ ਕਿ ਪੰਜਾਬ, ਨਿਊ ਪੰਜਾਬ ਜਿਹੜਾ ਉਹ ਕਦੋਂ ਕ੍ਰੀਏਟ ਕੀਤਾ ਗਿਆ ਸੀ, 1966 ਵਿੱਚ ਵਾਲਾ ਜਿਹੜਾ ਉਹ ਡੇ ਔਰ ਜਿਹੜਾ ਸਾਲ ਹੈ ਉਹਨੂੰ ਯਾਦ ਰੱਖਣਾ ਹੈ, ਜਾਂ ਉਹ ਐਕਟ ਜਦੋਂ ਕਦੋਂ ਪਾਸ ਕੀਤਾ ਗਿਆ। ਵੈਸੇ ਆਪਾਂ ਜਦੋਂ ਅੱਗੇ ਪੜਾਂਗੇ ਤਾਂ ਉਹ ਚੀਜ਼ ਤੁਹਾਨੂੰ ਮੈਂ ਕਰਵਾਵਾਂਗਾ। ਰਾਈਟ ਬੇਟਾ, ਇਹ ਸੀਗਾ ਅੱਜ ਦਾ ਟੌਪਿਕ ਆਪਣਾ ਬੇਟੇ। ਥੈਂਕ ਯੂ ਤੁਹਾਡਾ ਸਾਰਿਆਂ ਦਾ ਵੀਡੀਓ ਨੂੰ ਦੇਖਣ ਦੇ ਲਈ ਬੇਟੇ। ਵਨਸ ਅਗੇਨ ਮੈਂ ਤੁਹਾਨੂੰ ਰਿਮਾਈਂਡ ਕਰਵਾ ਦਵਾਂ ਕਿ ਅਗਰ ਤੁਸੀਂ ਆਪਣੀ ਸਕਸੈਸ ਨੂੰ ਬਿਲਕੁਲ ਯਕੀਨੀ ਬਣਾਉਣਾ ਚਾਹੁੰਦੇ ਹੋ ਇਹਨਾਂ ਪੇਪਰਾਂ ਦੇ ਵਿੱਚ ਬੱਚੇ, ਤਾਂ ਤੁਸੀਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਇਹਦੇ ਨਾਲ ਜੁੜੇ ਰਹੋ, ਕਿਉਂਕਿ ਇੱਥੇ ਤੁਹਾਨੂੰ ਬਹੁਤ ਵਧੀਆ ਕੰਟੈਂਟ ਜਿਹੜਾ ਉਹ ਪੜ੍ਹਨ ਲਈ ਦਿੱਤਾ ਜਾਏਗਾ। ਐਂਡ ਆਈ ਆਲਸੋ ਰਿਕੁਐਸਟ ਟੂ ਆਲ ਆਫ ਯੂ ਕਿ ਪਲੀਜ਼ ਚੈਨਲ ਨੂੰ ਆਪਣੇ ਬਾਕੀ ਸਾਥੀਆਂ ਦੇ ਨਾਲ ਵੀ ਜ਼ਰੂਰ ਸ਼ੇਅਰ ਕਰੋ, ਤਾਂ ਜੋ ਉਹ ਵੀ ਇਸ ਤੋਂ ਮੈਕਸਿਮਮ ਬੈਨੀਫਿਟ ਜਿਹੜਾ ਉਹ ਲੈ ਸਕਣ। ਥੈਂਕ ਯੂ ਬੇਟਾ। ਠੀਕ ਹੈ ਜੀ, ਮਿਲਦੇ ਹਾਂ ਨੈਕਸਟ ਕਲਾਸ ਦੇ ਵਿੱਚ। ਬਾਏ ਬਾਏ।